वाहिगुरु जी का खालसा वाहिगुरु जी की फतेह। गुरु प्यारे गुरु सवारे सत्संगी जनों, कल रोज़ आपां जो 100 पुरख सिरलेख के हेठां गुरु रामदास साहब महाराज तिन्हां दे जो इस शब्द अंदर 5 पदे उचारण किए ने, 2 पदियां दी विचार आपां कर चुके हाँ। हुण अगले 3 पदियां विच सतगुरु जी की किरपा करते हैं, आपां वाचन का यतन करांगे। शुरुआत करते हैं सतगुरु जी, हर ध्यान है तुद जी, से जन जोग मह सुख वासी। जेड़े मनुख उस परमेश्वर नूं पावहार नूं ध्याउंदे ने, हर ध्यान हरि नूं ध्याउंदे ने, ਉਹ ਮਨੁੱਖ ही इस युग ਦੇ ਵਿੱਚ सुखी वसदे ने। ਤੈਨੂੰ ਧਿਆਉਣ ਤੋਂ ਬਿਨਾਂ ਮਨੁੱਖ ਸੁਖੀ नहीं हो सकता। ਧਿਆਉਣਾ ਕੀ ਹੁੰਦਾ है? ਆਪਾਂ ਪਹਿਲਾਂ ਵੀ ਕਈ ਵਾਰ ਬਾਤ ਚੁੱਕੇ ਹਾਂ। ਧਿਆਉਣਾ, ਸਿਮਰਨ ਕਰਨਾ, ਇਹਦਾ ਅਰਥ ਹੁੰਦਾ ਹੈ ਸਾਡੀ ਯਾਦ ਦੇ ਨਾਲ। ਜਦੋਂ ਵੀ ਅਸੀਂ ਕੋਈ ਮਾੜਾ ਕਰਮ ਕਰਨ ਲੱਗਦੇ ਹਾਂ, ਜੇ ਸਾਨੂੰ ਉਸ ਵੇਲੇ ਪਰਮੇਸ਼ਰ ਯਾਦ ਨਹੀਂ ਹੈ ਤੇ ਇਹਦਾ मतलब ਇਹ ਹੈ ਅਸੀਂ ਜੋ ਸਿਮਰਨ ਦੁਨੀਆ ਨੂੰ ਵਿਖਾਉਣ ਲਈ ਕਰਦੇ ਹਾਂ, ਉਹ ਕੇਵਲ ਵਿਖਾਵੇ ਮਾਤਰ ਹੈ। ਕਿਉਂਕਿ ਸਿਮਰਨ, ਪਾਠ ਕਰਨਾ, ਬਾਣੀ ਪੜ੍ਹਨੀ, ਸੇਵਾ ਕਰਨਾ, ਇਹਦਾ मतलब ਇਹ ਹੈ ਅਸੀਂ ਪਰਮੇਸ਼ਰ ਦੇ ਨੇੜੇ ਹੋਣ ਦਾ ਯਤਨ ਕਰਦੇ ਹਾਂ ਵੀ ਉਹ ਸਾਨੂੰ ਭੁੱਲੇ ਨਾ, ਸਾਡੇ ਸਿਮਰਨ ਸਾਡੀ ਯਾਦ ਦਾ ਹਿੱਸਾ ਬਣ ਜਾਏ। ਜਦੋਂ ਮਨੁੱਖ ਦੀ ਯਾਦ ਦਾ ਹਿੱਸਾ ਬਣ ਜਾਂਦਾ ਹੈ ਤੇ ਪਹਿਲਾਂ ਵੀ ਕਈ ਵਾਰ ਸ਼ਬਦ ਸਾਂਝਾ ਕੀਤਾ ਸੀ, ਨਿਕਟ ਬੁੱਝੈ ਸੋ ਬੁਰਾ ਕਿਉਂ ਕਰੇ। ਜਿਹੜਾ ਮਨੁੱਖ ਇਹ ਹੀ ਸਮਝ ਲਵੇਗਾ ਕਿ ਪਰਮੇਸ਼ਰ ਹਰ ਥਾਵੇਂ ਵਿਆਪਕ ਹੈ, ਉਹ ਮਨੁੱਖ ਕਦੀ ਆਪਣੀ ਜ਼ਿੰਦਗੀ ਵਿੱਚ ਬੁਰਾ ਕਰਮ ਕਰ ਹੀ ਨਹੀਂ ਸਕਦਾ। ਬੁਰੇ ਕਰਮ ਹੀ ਉਹ ਕਰਦਾ ਜਿਹੜਾ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਨਹੀਂ ਜਾਣਦਾ। ਤੇ ਜਦੋਂ ਕਰਮ ਤਬਦੀਲ ਹੁੰਦੇ ਨੇ, ਗੁਰੂ ਸਾਹਿਬ ਕਹਿੰਦੇ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ। ਉਹ ਮਨੁੱਖ ਮੁਕਤ ਹੋ ਜਾਂਦੇ ਨੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਧਿਆਇਆ। ਕਿਉਂ? ਤਿੰਨ ਟੂਟੀ ਜਮ ਕੀ ਫਾਸੀ, ਜਮਾਂ ਦੀਆਂ ਫਾਈਆਂ ਉਹਨਾਂ ਦੇ ਗਲੋਂ ਟੁੱਟ ਜਾਂਦੀਆਂ ਨੇ। ਇੱਥੇ ਹੁਣ ਮੁਕਤੀ ਦੀ ਗੱਲ ਆਈ ਹੈ ਤੇ ਗੁਰਮਤਿ ਅਨੁਸਾਰ ਮੁਕਤੀ ਕੋਈ ਮਰਨ ਤੋਂ ਬਾਅਦ ਵਾਲਾ ਖੇਡ ਨਹੀਂ ਹੈ। ਮੁਕਤੀ ਗੁਰਮਤਿ ਨੇ ਉਹਨੂੰ ਕਿਹਾ ਜਿਹੜੀ ਜਿਉਂਦੇ ਜੀ ਸਾਨੂੰ ਪ੍ਰਾਪਤ ਹੁੰਦੀ ਹੈ। ਜਿਉਂਦੇ ਜੀ ਜਿਹੜਾ ਮਨੁੱਖ ਮੁਕਤ ਹੋ ਜਾਂਦਾ ਹੈ, ਮੁਕਤ ਗੁਰਬਾਣੀ ਨੇ ਮੰਨਿਆ ਹੀ ਉਹਨੂੰ, ਜਿਹਨੂੰ ਆਪਾਂ ਇਉਂ ਕਹੀਏ ਵੀ ਜਿਉਂਦੇ ਜੀ ਬੰਧਨਾਂ ਤੋਂ ਮੁਕਤ ਹੋ ਜਾਣਾ। ਬੰਧਨ ਕੀ ਹੈ? ਕਈ ਵਾਰ ਪਰਿਵਾਰ ਵੀ ਬੰਧਨ ਬਣ ਜਾਂਦਾ ਹੈ, ਕਈ ਵਾਰ ਆਪਣੀਆਂ ਖਾਹਿਸ਼ਾਂ ਬੰਧਨ ਬਣ ਜਾਂਦੀਆਂ ਨੇ, ਕਈ ਵਾਰ ਵਿਕਾਰ ਬੰਧਨ ਬਣ ਜਾਂਦੇ ਨੇ। ਕੋਈ ਵੀ ਚੀਜ਼ ਜਿਹੜੀ ਗੁਰੂ ਦੀ ਦੱਸੀ ਮੱਤ ਤੋਂ ਉਲਟ ਅਸੀਂ ਕਰ ਜਾਂਦੇ, ਉਹ ਸਾਡੇ ਲਈ ਬੰਧਨ ਸਵਰੂਪ ਹੋ ਜਾਂਦੀ ਹੈ। ਤੇ ਜਿਹੜਾ ਮਨੁੱਖ ਗੁਰੂ ਦੀ ਮੱਤ ਉੱਤੇ ਤੁਰਨਾ ਸ਼ੁਰੂ ਕਰ ਦਿੰਦਾ ਹੈ, ਉਹ ਮਨੁੱਖ ਹੀ ਮੁਕਤ ਹੋ ਸਕਦਾ ਹੈ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ੍ਹਾਂ ਨੇ ਉਸ ਨਿਰਭਉ ਪਰਮੇਸ਼ਰ ਨੂੰ ਧਿਆ ਲਿਆ, ਉਹਨਾਂ ਦਾ ਸਾਰਾ ਡਰ, ਸਹਿਮ, ਸਭ ਕੁਝ ਦੂਰ ਹੋ ਜਾਂਦਾ ਹੈ। ਨਿਰਭਉ ਹੀ ਹੋ ਸਕਦਾ ਹੈ ਜਿਹੜਾ ਨਿਰਭਉ ਨੂੰ ਸਿਮਰਨਾ ਸ਼ੁਰੂ ਕਰ ਦੇ। ਡੱਡਾ ਡਰ ਉਪਜੇ ਡਰ ਜਾਈ। ਗੁਰੂ ਸਾਹਿਬ ਕਹਿੰਦੇ ਡੱਡਾ ਡਰ ਉਪਜੇ, ਭਾਵ ਪਰਮੇਸ਼ਰ ਦਾ ਡਰ ਜਦੋਂ ਪੈਦਾ ਹੋ ਜਾਏ, ਇਹਨੂੰ ਆਪਾਂ ਨਿਰਮਲ ਭਾਉ ਵੀ ਕਹਿੰਦੇ ਹਾਂ। ਜਿਵੇਂ ਬੱਚਾ ਆਪਣੇ ਪਿਓ ਦੇ ਨਾਲ ਖਲੋਤਾ ਹੋਵੇ, ਜਿਸ ਬੱਚੇ ਨੂੰ ਆਪਣੇ ਪਿਓ ਦੀ ਸ਼ਰਮ ਹੁੰਦੀ ਹੈ, ਉਹ ਪਿਓ ਸਾਹਮਣੇ ਇਹੋ ਜਿਹਾ ਕਰਮ ਨਹੀਂ ਕਰਦਾ ਜਿਹੜੇ ਕਰਮ ਦੇ ਉੱਤੇ ਪਿਓ ਉਹਨੂੰ ਝਿੜਕ ਸਕੇ। ਉਹ ਸੋਚਦਾ ਹੈ ਵੀ ਮੇਰਾ ਪਿਓ ਲਾਗੇ ਖਲੋਤਾ ਹੈ, ਕੋਈ ਮਾੜਾ ਕਰਮ ਕਰਨ ਤੋਂ ਮੈਂ ਗੁਰੇਜ਼ ਹੀ ਕਰਾਂ। ਤੇ ਜਿਹਨੂੰ ਇਹ ਹੀ ਹੋ ਜਾਏ ਵੀ ਮੇਰਾ ਪਰਮੇਸ਼ਰ ਮੈਨੂੰ ਹਰ ਵੇਲੇ ਦੇਖ ਰਿਹਾ, ਹਰ ਵੇਲੇ ਸੁਣ ਰਿਹਾ, ਮੇਰੇ ਨਾਲ ਖੜਾ ਹੈ, ਉਹਦੇ ਅੰਦਰ ਇੱਕ ਨਿਰਮਲ ਭਾਉ ਪੈਦਾ ਹੋ ਜਾਂਦਾ ਹੈ। ਭੈੜੇ ਕਰਮ ਕਰਨ ਤੋਂ ਫਿਰ ਉਹ ਗੁਰੇਜ਼ ਕਰਦਾ ਹੈ। ਗੁਰੂ ਸਾਹਿਬ ਕਹਿੰਦੇ ਡੱਡਾ ਡਰ ਉਪਜੇ, ਨਿਰਮਲ ਭਾਉ ਪੈਦਾ ਹੋ ਗਿਆ, ਪਰਮੇਸ਼ਰ ਦਾ ਡਰ ਜਾਈ, ਜਮਾਨੇ ਦਾ ਡਰ ਦੂਰ ਹੋ ਜਾਂਦਾ ਹੈ।
घाटे वाधे का डर दूर हो जाता है। ਤਾਂ ਡਰ ਮਹਿ ਡਰ ਰਿਹਾ ਸਮਾਈ, ਪਰਮੇਸ਼ਰ ਦੇ ਨਿਰਮਲ ਭਾਉ ਦੇ ਅੰਦਰ ਮਨੁੱਖ ਦਾ ਡਰ ਜਿਹੜਾ ਸਮਾ ਜਾਂਦਾ ਹੈ। ਜੋ ਡਰ ਡਰੈ ਤਾਂ ਫਿਰ ਡਰ ਲੱਗ ਗਿਆ। ਜਿਹੜਾ ਮਨੁੱਖ ਪਰਮੇਸ਼ਰ ਦੇ ਡਰ ਤੋਂ ਡਰਨਾ ਸ਼ੁਰੂ ਕਰ ਦੇ ਕਿ ਜੇ ਮੈਂ ਆਹ ਚੰਗਾ ਕਰਮ ਕਰਾਂਗਾ ਤੇ ਮੇਰਾ ਇਹ ਨੁਕਸਾਨ ਹੋ ਸਕਦਾ ਹੈ ਦੁਨੀਆ ਤੇ, ਜਿਹਨੂੰ ਆਖਣ ਔਖਾ ਸਾਚਾ ਨਾਮ ਕਹਿੰਦੇ ਨੇ, ਇਹਦਾ ਮਤਲਬ ਇਹ ਹੀ ਹੈ ਆਪਣੇ ਨੁਕਸਾਨ ਦੀ ਕਿਸੇ ਤਰੀਕੇ ਨਾਲ ਪਰਵਾਹ ਕੀਤੇ ਬਿਨਾ ਮਨੁੱਖ ਨਿਰਮਲ ਕਰਮ ਕਰਨ ਲੱਗ ਜਾਏ। ਉਹ ਨਿਰਮਲ ਕਰਮ ਕਰਨ ਵਾਲੇ ਮਨੁੱਖ ਦਾ ਹੀ ਨਿਰਭਉ ਨੂੰ ਧਿਆਉਣਾ ਹੁੰਦਾ ਹੈ, ਤੇ ਨਿਰਭਉ ਨੂੰ ਧਿਆਉਣ ਦਾ ਮਤਲਬ ਹੈ ਉਹਦਾ ਆਪਣਾ ਭਾਉ ਸਭ ਚਲਾ ਜਾਂਦਾ ਹੈ। ਜੋ ਡਰ ਡਰੈ ਤਾਂ ਫਿਰ ਡਰ ਲੱਗੈ, ਨਿਡਰ ਹੁਆ ਡਰ ਉਰ ਹੋਏ ਭਾਗੈ। ਡਰ ਉਰ ਤੋਂ ਭਾਗੈ ਮਤਲਬ ਅੰਦਰੋਂ ਹੀ ਡਰ ਦੂਰ ਹੋ ਜਾਂਦਾ ਹੈ, ਕਿਉਂਕਿ ਉਹ ਪਰਮੇਸ਼ਰ ਨੂੰ ਧਿਆਉਣਾ ਸ਼ੁਰੂ ਕਰ ਦਿੰਦਾ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਸਿਮਰਿਆ ਉਹ ਪਰਮੇਸ਼ਰ ਦੇ ਵਿੱਚ ਉਹਦੇ ਰੂਪ ਦੇ ਵਿੱਚ ਸਮਾ ਜਾਂਦੇ ਨੇ, ਪਰਮੇਸ਼ਰ ਦਾ ਹੀ ਰੂਪ ਹੋ ਜਾਂਦੇ ਨੇ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿੰਨ ਬਲ ਜਾਸੀ। ਉਹ ਮਨੁੱਖ ਧਨ ਨੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਧਿਆਇਆ ਹੈ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਉਹਨਾਂ ਤੋਂ ਸਦਕੇ ਜਾਣਾ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਹੁਣ ਇੱਥੇ ਤੁਸੀਂ ਪੰਕਤੀਆਂ ਦੋਨੋਂ ਪੜ੍ਹੋਗੇ, ਦੋਨਾਂ ਪੰਕਤੀਆਂ ਦੇ ਵਿੱਚ ਉਚਾਰਨ ਕਰਨ ਦੇ ਵਿੱਚ ਭਗਤ ਹੀ ਆਏਗਾ, ਪਰ ਇਹਨਾਂ ਦੇ ਜੇ ਆਵਾ ਸਵਰੂਪ ਨੂੰ ਵੇਖਾਂਗੇ, ਸਵਰੂਪ ਵੀ ਅਲੱਗ ਹੈ ਤੇ ਇਹਨਾਂ ਦੇ ਅਰਥ ਭਾਵ ਵੀ ਅਲੱਗ-ਅਲੱਗ ਨੇ। ਤੇਰੀ ਭਗਤ, ਤੇਰੀ ਜਿੱਥੇ ਆ ਗਿਆ ਇਹਦਾ ਮਤਲਬ ਇਸਤਰੀ ਲਿੰਗ ਹੈ, ਫੀਮੇਲ ਦੇ ਵਿੱਚ ਆ ਰਹੀ ਹੈ। ਭਗਤ ਇਹਦੇ ਤੱਤੇ ਨੂੰ ਸਿਹਾਰੀ ਹੈ। ਉਚਾਰਨ ਅਸੀਂ ਭਗਤੀ ਕਰਾਂਗੇ, ਪਰ ਇਹਦਾ ਮਤਲਬ ਹੈ ਭਗਤੀ। ਜਦੋਂ ਵੀ ਤੱਤੇ ਨੂੰ ਸਿਹਾਰੀ ਭਗਤ ਦੇ ਵਿੱਚ ਆਉਂਦੀ ਹੈ ਇਹਦਾ ਮਤਲਬ ਹੁੰਦਾ ਹੈ ਉਹਦੀ ਭਗਤੀ। ਤੇ ਜਦੋਂ ਪੱਬਾ ਗੱਗਾ ਤੱਤਾ ਇਹ ਔਂਕੜ ਦੇ ਨਾਲ ਆਏਗਾ ਇਹਦਾ ਮਤਲਬ ਇੱਕ ਭਗਤ ਦੀ ਗੱਲ ਚੱਲ ਰਹੀ ਹੈ। ਤੇ ਜਦੋਂ ਇਹ ਮੁਕਤ ਆਏਗਾ, ਮੁਕਤਾ, ਜਿਵੇਂ ਅਗਲੀ ਪੰਕਤੀ ਤੇਰੇ ਭਗਤ, ਇੱਥੇ ਹੁਣ ਤੱਤੇ ਨੂੰ ਨਾ ਸਿਹਾਰੀ ਹੈ ਨਾ ਔਂਕੜੇ ਦਾ ਮਤਲਬ ਬਹੁ ਗਿਣਤੀ ਦੀ ਗੱਲ ਚੱਲ ਰਹੀ ਹੈ, ਬਹੁ ਵਚਨ ਦੀ ਗੱਲ ਚੱਲ ਰਹੀ ਹੈ। ਤੇਰੇ ਭਗਤ ਭਾਵ ਬਹੁਤੇ ਭਗਤਾਂ ਦੀ ਗੱਲ ਚੱਲ ਰਹੀ ਹੈ। ਇੱਥੇ ਸਾਹਿਬ ਕਹਿੰਦੇ ਤੇਰੀ ਭਗਤ, ਤੇਰੀ ਭਗਤੀ ਭਾਵ ਇਹਦੇ ਭੰਡਾਰ ਭਰੇ ਪਏ ਨੇ ਤੇ ਬੇਅੰਤ ਭਰੇ ਨੇ ਖਜ਼ਾਨੇ, ਇਹਨਾਂ ਦਾ ਕੋਈ ਥਾਂ ਨਹੀਂ ਪਾਇਆ ਜਾ ਸਕਦਾ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨੇਕ ਅਨੰਤਾ। ਤੇਰੇ ਭਗਤ ਜਿਹੜੇ ਨੇ ਤੈਨੂੰ ਵੱਖ-ਵੱਖ ਤਰੀਕਿਆਂ ਦੇ ਨਾਲ ਧਿਆਉਂਦੇ ਪਏ ਨੇ। ਕੋਈ ਕਿਸੇ ਤਰੀਕੇ ਨਾਲ ਧਿਆ ਰਿਹਾ ਹੈ, ਕੋਈ ਕਿਸੇ ਤਰੀਕੇ ਨਾਲ ਧਿਆ ਰਿਹਾ, ਭਾਵ ਤੇਰੇ ਭਗਤ ਬਹੁਤੇ ਨੇ ਤੇ ਉਹ ਤੈਨੂੰ ਅਲੱਗ-ਅਲੱਗ ਆਪੋ ਆਪਣੇ ਤਰੀਕੇ ਦੇ ਨਾਲ ਯਾਦ ਪਏ ਕਰਦੇ ਨੇ। ਤੇਰੀ ਅਨਿਕ ਕਰੈ ਹਰ ਪੂਜਾ ਜੀ, ਤਪ ਤਾਪਹਿ ਜਪਹਿ ਬੇਅੰਤਾ। ਅਨਿਕ ਭਾਵ ਅਨੇਕਾਂ ਹੀ ਜੀਵ ਤੇਰੀ ਪੂਜਾ ਕਰਦੇ ਨੇ ਤੇ ਆਪੋ ਆਪਣੇ ਤਰੀਕਿਆਂ ਦੇ ਨਾਲ ਤਪ ਪਏ ਸਾਧਦੇ ਨੇ। ਤਪ ਸਾਧਣ ਦਾ ਮਤਲਬ ਇਹ ਨਹੀਂ ਹੁੰਦਾ ਵੀ ਇਕੱਲਾ ਅੱਗ ਤੇ ਬੈਠ ਜਾਣਾ, ਇਕੱਲਾ ਪਾਣੀ ਵਿੱਚ, ਇਕੱਲਾ ਪੁੱਠੇ ਲਮਕ ਜਾਣਾ, ਪੈਰੋਂ ਨੰਗੇ ਕੱਪੜੇ ਨਾ ਪਾਉਣੇ, ਇਹਨਾਂ ਨੂੰ ਇਕੱਲੇ ਤਪ ਸਾਧਨਾ ਨਹੀਂ ਕਿਹਾ ਜਾ। ਗੁਰਸਿੱਖ ਵੀ ਤਪ ਸਾਧਦਾ ਹੈ, ਅੰਮ੍ਰਿਤ ਵੇਲੇ ਉੱਠਦਾ ਹੈ, ਇਸ਼ਨਾਨ ਕਰਦਾ ਹੈ, ਜ਼ਿੰਦਗੀ ਵਿੱਚ ਤਪ ਸਾਧਦਾ ਹੈ। ਇਹਨੇ ਕਦੀ ਝੂਠ ਨਹੀਂ ਬੋਲਣਾ, ਚੋਰੀ ਨਹੀਂ ਕਰਨੀ, ਪਰਾਇਆ ਤਨ ਪਰਾਇਆ ਧਨ ਕਿਸੇ ਤਰੀਕੇ ਦਾ ਵਿਕਾਰ ਇਹਨੇ ਕਰਨ ਤੋਂ ਬਚਣਾ ਹੈ। ਇਹ ਵੀ ਇਹਦਾ ਇੱਕ ਤਪ ਹੈ ਤੇ ਅਨੇਕਾਂ ਜੀਵ ਇਹਨਾਂ ਤਪਾਂ ਦੇ ਨਾਲ ਤੇਰੀ ਪੂਜਾ ਕਰ ਰਹੇ ਨੇ। ਤੇਰੇ ਅਨੇਕ ਪੜ੍ਹੈ ਬਹੁ ਸਿਮਰਿਤ ਸ਼ਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਅਨੇਕਾਂ ਜੀਵ ਐਸੇ ਨੇ ਤੇਰੇ ਸੇਵਕ ਨੇ ਜਿਹੜੇ ਸਿਮਰਤੀਆਂ ਸ਼ਾਸਤਰਾਂ ਦੇ ਪਾਠ ਕਰਦੇ ਨੇ ਤੇ ਧਰਮ ਅਨੁਸਾਰ ਦੱਸੇ ਹੋਏ 6 ਕਰਮ ਵੀ ਕਰਦੇ ਨੇ। ਬ੍ਰਾਹਮਣ ਨੇ 6 ਕਰਮ, ਖਟ ਦਾ ਭਾਵ ਹੈ 6, ਇਹਨੇ ਨਿਯਤ ਕੀਤੇ ਸਨ। ਵਿਦਿਆ
विद्या पढ़नी विद्या पढ़ाउणी, दान देना दान लैना, जग करना ते जग करवाउणा, इन्हें अपने लिए ही इकल्ले ये मन्ने हुए सन। पर गुरु साहब कहे ने अनेकां ने जिहड़े सिमरतियां शास्त्रां नूं पढ़दे ने ते ये कर्म करन वाले भी बहुत ने। से भगत भले जन नानक जी, जो भावै मेरे हर भगवंता। पर गुरु साहब कहंदे भले ਉਹੀ ने, ਉਹ भगत चंगे ने भले ने ਜਿਹੜੇ मेरे परमेश्वर ਨੂੰ ਭਾ ਜਾਂਦੇ ਨੇ। ਅਸੀਂ ਆਪਣੇ ਕਰਮ ਕਰੀ ਜਾਂਦੇ ਹਾਂ, ਪਰ ਜੇ ਸਾਡੇ ਕਰਮ ਪਰਮੇਸ਼ਰ ਨੂੰ ਭਾਉਂਦੇ ਨਹੀਂ ਹੈ। ਇਸੇ ਕਰਕੇ ਕਹੀਦਾ ਵੀ ਗੁਰੂ ਦੀ ਜਿਹੜੀ ਲੋੜ ਹੈ ਉਹ ਸਭ ਤੋਂ ਵੱਧ ਹੈ। ਗੁਰੂ ਸਾਨੂੰ ਦੱਸਦਾ ਹੈ ਵੀ ਪਰਮੇਸ਼ਰ ਨੂੰ ਕੀ ਭਾਉਂਦਾ ਹੈ, ਪਰਮੇਸ਼ਰ ਨੂੰ ਕੀ ਚੰਗਾ ਲੱਗਦਾ ਹੈ। ਭਾਵੇਂ ਅਸੀਂ ਫਿਰ ਵੀ ਗੱਲ ਨਹੀਂ ਸੁਣਦੇ ਕਰਦੇ, ਅਸੀਂ ਆਪਣੇ ਮਨ ਦੀਆਂ ਹੀ ਹਾਂ। ਗੁਰਬਾਣੀ ਅਨੁਸਾਰ ਕਰਨ ਦਾ ਯਤਨ ਅਸੀਂ ਫਿਰ ਵੀ ਨਹੀਂ ਕਰਦੇ, ਆਪਣੇ ਮਨ ਦੀਆਂ ਮੌਜਾਂ ਕਰ ਕਰਕੇ ਅਸੀਂ ਇੱਥੋਂ ਚਲੇ ਜਾਂਦੇ। ਪਰ ਗੁਰੂ ਸਾਹਿਬ ਕਹਿੰਦੇ ਭਾਉਂਦੇ ਉਹ ਨੇ, ਇਹ ਭਲੇ ਉਹ ਨੇ ਜਿਹੜੇ ਪਰਮੇਸ਼ਰ ਨੂੰ ਭਾ ਜਾਂਦੇ ਨੇ, ਜਿਹੜੇ ਭਾਉਂਦੇ ਨਹੀਂ ਉਹ ਭਲੇ ਨਹੀਂ ਹੈ, ਉਹਨਾਂ ਦੀ ਘਾਲ ਕਮਾਈ ਸਫਲੀ ਨਹੀਂ ਹੁੰਦੀ। ਅੱਗੇ ਗੁਰੂ ਸਾਹਿਬ ਕਹਿੰਦੇ ਤੂੰ ਆਦਿ ਪੁਰਖ अपरंपर करता जी। आदि पुरख का भाव है तू मुढ़ वाला है, मूल है सारे जगत का। ते अपरंपर भाव बेअंत है, जिहदा पार ना जानिया जा सके। करता जी ते सब कुछ करन वाला तू है। तुद जेवड़ अवर ना कोई, तेरे बराबर दूसरा कोई भी नहीं। सब कुछ करन वाला भी तू है ते सारी सृष्टि का मूल भी तू है। जिवें ਅਸੀਂ ਦੁਨਿਆਵੀ ਤੌਰ 'ਤੇ ਜਦੋਂ ਸਕੂਲਾਂ ਵਿੱਚ ਵੀ ਪੜ੍ਹਦੇ ਹਾਂ ਜਾਂ ਆਮ ਤੌਰ 'ਤੇ ਵੀ ਅਸੀਂ ਵੇਖਦੇ ਹਾਂ, ਅਸੀਂ ਜਦੋਂ ਸਮੇਂ ਦੀ ਵੰਡ ਕਰਦੇ ਹਾਂ, ਟਾਈਮ ਦੀ ਵੰਡ ਕਰਦੇ ਹਾਂ, ਅਸੀਂ 3 ਹਿੱਸੇ ਹੀ ਕਰਦੇ ਹਾਂ। ਇੱਕ ਉਹ ਸਮਾਂ ਜਿਹੜਾ ਨਿਕਲ ਚੁੱਕਿਆ, ਜਿਹਨੂੰ ਅਸੀਂ ਪਾਸਟ ਕਹਿ ਦਿੰਦੇ ਹਾਂ, ਜਿਹਨੂੰ ਅਸੀਂ ਭੂਤਕਾਲ ਕਹਿੰਦੇ ਹਾਂ। ਇੱਕ ਸਾਡਾ ਸਮਾਂ ਜਿਹੜੇ ਵਿੱਚ ਅਸੀਂ ਜੀਂਦੇ ਹਾਂ, ਪ੍ਰੈਜ਼ੈਂਟ ਕਾਲ ਭਾਵ ਵਰਤਮਾਨ, ਤੇ ਇੱਕ ਸਾਡਾ ਆਉਣ ਵਾਲਾ ਸਮਾਂ ਹੈ, ਫਿਊਚਰ। पर गुरबाणी जदों गल करदी, गुरबाणी 4 ਸਮਿਆਂ ਦੀ ਗੱਲ करदी है। असी रोज़ जपजी साहब के अंदर पढ़ते हैं आद सच जुगाद सच। आद का भाव है जदों कुछ भी नहीं सी, मुढ़ तो ही सच है, जदों समय की शुरुआत भी नहीं हुई। जुगाद जदों समा असी वंडिया, जुगां दे आद तो है भी सच वर्तमान। नानक होसी भी सच, भाव जड़ा आउण वाला है। इनू गुरबाणी अंदर मारू राग अंदर सतगुर कहंदे अरबद नरबद धुंदू कारा, धरन ना गगना हुक्म अपारा। ना दिन रैन ना चंद ना सूरज, सुन समाध लगाएंदा। जदों कुछ भी नहीं सी, एक समा वो सी जदों वो सुन अवस्था विच सी। तू जुग जुग एको, सदा सदा तू एको जी। तू निहचल करता सोई। भाव हर युग दे विच ते सदा ही एक तू ही है परमेश्वर, जिहड़ा निहचल है, जिन्हें कदी नहीं जाना। हर एक जीव आपो अपने समय विच आउंदा है, आपो अपने समय के अनुसार तुर जांदा है। पर परमेश्वर जड़ा वो निहचल है, जिन्हें हमेशा कायम रहना है। निहचल करता सोई भाव सब नूं पैदा करने वाला भी, सार लैन वाला भी परमेश्वर जी। हे अकाल पुरख तू आप है, तुद आपे भावै सोई वरतै जी। तू आपे करह सो होई। जगत विच वो कुछ ही हुंदा है जो कुछ तैनूं चंगा लगदा है, ते जो कुछ तू करदा है वो कुछ दुनिया दे विच वापरी जांदा है। तुद आपे सृष्ट सब उपाई जी। तुद आपे सिरज सब कोई। सारी सृष्टि पैदा भी तू कीती है ते सारियां नूं पैदा करके नाश करन वाला भी तू आप ही है। तेरे तो बिना दूसरा कोई नहीं। जन नानक गुण गावे करते के जी, जो सब सह का जान हुई। दास नानक उस परमेश्वर दे गुण गाउंदा है, जिहड़ा करता है अते सारियां दे दिल दी
जानन वाला है। घट घट के अंतर की जानत, भले बुरे की पीर पछानत, सब दियां जानन वाला, दिलां दियां जानन वाला दास नानक ਉਹਦੇ ਗੁਣ ਗਾਉਂਦਾ ਹੈ। ਇਹ ਸ਼ਬਦ ਸਤਿਗੁਰੂ ਜੀ ਨੇ ਸੋ ਪੁਰਖ ਸਿਰਲੇਖ ਦੇ ਅੰਦਰ 5 ਪਦੇ ਨੇ ਇਹਨਾਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਅਗਾਂਹ ਸਮਾਂ ਬਣਿਆ ਆਪਾਂ ਫਿਰ ਵਿਚਾਰ ਕਰਾਂਗੇ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।